ਕਿਉ ਸਚਿਆਰਾ ਹੋਈ, ਕਿਉ ਸਚਿਆਰਾ ਹੋਈਐ। ਕਿਮ ਕੂੜੈ ਟੁੱਟੈ ਪਾਲ, ਕਿਉ ਕੂੜੈ ਟੁੱਟੈ ਪਾਲ। ਹੁਕਮ ਰਜ਼ਾਈ ਚੱਲਣਾ, ਹੁਕਮ ਨਾਨਕ ਲਿਖਿਆ, ਨਾਨਕ ਲਿਖਿਆ, ਨਾਨਕ ਲਿਖਿਆ ਨਾਮ। ਸਵਾਲ ਹੈ, ਬਹੁਤ ਨਮਰਤਾ ਵਿੱਚ ਇੱਕ ਤਰਲਾ ਹੈ। ਜਦੋਂ ਤੱਕ ਮੈਂ ਸਚਿਆਰਾ ਨਹੀਂ ਹੋ ਸਕਦਾ, ਤੁਹਾਨੂੰ ਮਿਲ ਨਹੀਂ ਸਕਦਾ। ਮੈਂ ਕਿਵੇਂ ਹੋਵਾਂ? ਕਾਈਂਡਲੀ ਪਲੀਜ਼ ਬੇਨਤੀ ਹੈ, ਜਾਚਨਾ ਹੈ, ਮੈਨੂੰ ਸਚਿਆਰਾ ਬਣਨ ਦੀ ਜਾਚ ਬਖਸ਼ੋ। ਮੈਂ ਰੀਅਲੀ ਸੀਰੀਅਸਲੀ ਸਿੰਸੀਅਰਲੀ ਸੰਜੀਦਾ ਹੋ ਕੇ ਬੇਨਤੀ ਕਰ ਰਿਹਾ, ਮੈਂ ਕੁੜਿਆਰਾ ਹਾਂ। ਹੁਣ ਇਸ ਨੂੰ ਇਸ ਜਗ੍ਹਾ ਨਾ ਕੰਪੇਅਰ ਕਰਕੇ ਦੇਖੋ। ਜਦੋਂ ਤੁਹਾਨੂੰ ਕੋਈ ਕਹੇ ਨਾ ਕਾਰ ਚਾਹੀਦੀ ਹੈ, ਫਲਾਣਾ ਸ਼ਬਦ ਫਲਾਣੀ ਅਰਦਾਸ ਕਰੋ। ਪੁੱਤਰ ਚਾਹੀਦਾ, ਫਲਾਣਾ ਸ਼ਬਦ ਇੰਨੀ ਵਾਰੀ ਪੜ੍ਹ ਕੇ ਅਰਦਾਸ ਕਰੋ। ਮਕਾਨ ਚਾਹੀਦਾ, ਫਲਾਣਾ ਸ਼ਬਦ ਪੜ੍ਹ ਕੇ ਇੰਨੀ ਵਾਰੀ ਅਰਦਾਸ ਕਰੋ। ਇਹ ਚਾਹੀਦਾ, ਇੰਨੇ ਲੱਖ ਤੁਸੀਂ ਇਹ ਵਾਲੇ ਪਾਠ ਕਰੋ। ਉਸ ਵੇਲੇ ਖਿਆਲ ਆਏਗਾ ਮੈਂ ਕੁੜਿਆਰਾ ਹਾਂ? ਆਏਗਾ ਹੀ ਨਹੀਂ। ਉਸ ਵੇਲੇ ਤਾਂ ਦਾਤ ਪਿਆਰੀ, ਵਿਸਰਿਆ ਦਾ ਤਾਰਾ। ਮੈਂ ਮੰਨ ਹੀ ਨਹੀਂ ਰਿਹਾ ਕਿ ਮੈਂ ਕੁੜਿਆਰਾ ਹਾਂ। ਮੈਂ ਤੇ ਆਪਣੀਆਂ ਲੋੜਾਂ ਵਾਸਤੇ ਆ ਗਿਆ ਤੁਹਾਡੇ ਕੋਲ। ਮੇਰਾ ਮਨ ਹੀ ਰਜਾ ਦਿਓ ਨਾ। ਪਰ ਮਨ ਮੇਰਾ ਕੂੜਾ ਹੈ, ਤ੍ਰਿਸ਼ਨਾ ਵਿੱਚ ਹੈ, ਭਟਕਦਾ ਹੈ, ਆਉਣੇ ਜਾਉਣੇ ਵਿੱਚ ਰਹਿੰਦਾ ਹੈ, ਖਰਾ ਡਰਾਵਣਾ ਰਹਿੰਦਾ ਹੈ। ਪਲੀਜ਼, ਜੇ ਜਾਚਨਾ ਉੱਠ ਗਈ ਨਾ, ਫਿਰ ਅਸੀਂ ਅਰਦਾਸ ਕਰਾਂਗੇ। ਬਸ ਤੁਹਾਡੇ ਕੋਲ ਆਇਆ। ਮੇਰੀਆਂ ਚਿੰਤਾਵਾਂ ਦੂਰ ਨਾ ਕਰੋ। ਮੇਰੀਆਂ ਚਿੰਤਾਵਾਂ ਦਾ ਜਿਹੜੀ ਜੜ ਹੈ ਨਾ, ਉਹ ਜੜ ਦੂਰ ਕਰੋ। ਨਹੀਂ ਤਾਂ ਇੱਕ ਚਿੰਤਾ ਦੂਰ ਕਰੋਗੇ, ਦੂਜੀ ਇੱਕ ਮੁੱਠ ਚੁੱਕ, ਦੂਜੀ ਤਿਆਰ, ਇੱਕ ਮੁੱਠ ਚੁੱਕੀ, ਦੂਜੀ ਤਿਆਰ। ਤੂੰ ਰਖਵਾਲਾ ਸਦਾ ਸਦਾ, ਹਾਂ ਤੁਧ ਧਿਆਈ। ਮੈਨੂੰ ਕਹਿਣ ਦੀ ਲੋੜ ਹੈ, ਮੇਰੀ ਰਾਖੀ ਕਰਿਆ ਕਰੋ। ਜੇ ਨਹੀਂ ਹੈ ਨਾ ਲੋੜ, ਤਾਂ ਮੇਰਾ ਉਚਾਰਨ ਬਦਲ ਜਾਏਗਾ। ਮੈਂ ਕਦੀ ਨਹੀਂ ਕਹਾਂਗਾ ਔਖੀ ਘੜੀ ਨਾ ਦੇਖਣ ਦੇਈ, ਕਦੀ ਨਹੀਂ ਇਸ ਤਰ੍ਹਾਂ ਉਚਾਰਨ ਕਰਾਂਗਾ। ਮੈਨੂੰ ਕੌਨਫੀਡੈਂਸ ਹੈ ਕਿ ਤੂੰ ਰਖਵਾਲਾ ਹੈ, ਤਾਂ ਮੈਂ ਤੇ ਸਰੈਂਡਰ ਹੀ ਕਰ ਦਿੱਤਾ। ਫਿਰ ਉਚਾਰਨ ਕਰਾਂਗਾ, ਔਖੀ ਘੜੀ ਨਾ ਦੇਖਣ ਦੇਈ। ਆਪਣਾ ਬਿਰਦ ਸੰਭਾਲੇ, ਦੇਖਨੇ ਦੇਤਾ ਨਹੀਂ ਹੈ। इसी करके तो प्रभ से लाग रहे हो, मेरा चीत है। आदम प्रभ सदा साई, मैनू कॉन्फिडेंस है। धन हमारा मीत। इस ख्याल नाल जदों आवांगे, फिर जाचना करांगे भी तुसी ते रखवाली कर दे हो। खसमा ना कर प्यारे, बुरे पल्ले हम थारे। मैं जैसा भी आया वहाँ, पर मैं कूड़ है, मैल है। आई रियली अंडरस्टैंड, क्योंकि इस कूड़ मैल दे नाल जितना चिर मैं जीविया, मेरा सिर पीड़ हो जाता सी, मैनू टेंशन हो जाती सी, मेरी पेन इन द नैक रहिंदी सी। मेरा सारा वजूद, मेरा सारा जग जुग जुगंतर, जुग दे अंदर, मेरे अंदर दे सोचण दा हर ढंग हमेशा जुगा जुगंतर मीनस हमेशा मैं अपसैट ही रहा, सुखी रहा नहीं अपने मन के ख्यालों नाल। हुण मैं तुहाडे दर ते आया। जदों ये जाचना पैदा होती है, तो वह कह रहे सचियारा किवें बना। जिन्हों समझ आ गई, वो दुनियावी दाता मंगण नहीं आएगा, मना भी नहीं करना पेगा। जदों इस जाचना नाल आवांगे, तो अज की पौड़ी विच इस जाचना वाले नूं एक नवा मैसेज दे रहे हैं। कहते ने, मेरे अंदर ना अनेकां जी जंत हैं, अज हुणे
ਉਹਨਾਂ ਨੂੰ ਵੀ ਸੁਮਤ ਤੁਸੀਂ ਬਖਸ਼ ਸਕਦੇ ਹੋ। ਇਹ ਮੈਨੂੰ ਸਤਿਗੁਰ ਨੇ ਸਮਝਾਇਆ, ਇਹ ਇੱਕ ਬੁਝਾਈ, ਇੱਕ ਅਕਲ ਇਹ ਦਿੱਤੀ ਹੈ ਕਿ ਮੈਨੂੰ ਪਤਾ ਲੱਗ ਰਿਹਾ ਉਹਨਾਂ ਸਾਰਿਆਂ ਦਾ ਜੇ ਮੇਰਾ ਉਹ ਵਾਲਾ ਅੰਗ ਠੀਕ ਹੋ ਗਿਆ ਹੈ, ਉਹ ਵਾਲਾ ਈਚ ਐਂਡ ਸਿੰਗਲ ਥਾਟ ਪ੍ਰੋਸੈਸ, ਪਤਾ ਨਹੀਂ ਕਿਸ ਰੋਮ 'ਚੋਂ ਮੈਨੂੰ ਖਿਆਲ ਆਉਂਦਾ ਹੈ ਕੁੱਤੇ ਵਾਂਗੂ ਭੌਂਕ, ਕਿਸ ਰੋਮ 'ਚੋਂ ਖਿਆਲ ਆਉਂਦਾ ਹਾਥੀ ਵਾਂਗੂ ਕਾਮੀ ਹੋ ਜਾ, ਕਿਸ ਰੋਮ 'ਚੋਂ ਮੈਨੂੰ ਖਿਆਲ ਆਉਂਦਾ ਮੇਰੇ ਅਨੇਕਾਂ ਛਿਦਰ ਨੇ। ਉਹਨੂੰ ਦਵਾਰਕਾ ਨਗਰੀ ਕਹਿੰਦੇ ਨੇ ਗੁਰਮਤਿ 'ਚ। ਦਵਾਰਕਾ ਨਗਰੀ ਕਾਹੇ ਕੇ ਮਗੋਲ, ਤਾਂ ਫਿਰ ਸਾਨੂੰ ਹੱਲੇ ਯਾਰਾਂ ਖੁਸ਼ਖਬਰੀ ਵਾਲਾ ਸ਼ਬਦ ਸਮਝ ਆਏਗਾ। ਖੂਬ ਤੇਰੀ ਪਗੜੀ, ਪਗੜੀ ਦਾ ਮਤਲਬ ਇਸ ਪਗੜੀ ਦੀ ਗੱਲ ਨਹੀਂ ਕੀਤੀ ਹੈ। ਪਗੜੀ ਮੀਨਸ ਤੇਰੀ ਪਗਡੰਡੀ, ਤੇਰਾ ਰਸਤਾ, ਤੇਰਾ ਮਾਰਗ ਖੂਬ ਹੈ, ਗ੍ਰੇਟ ਹੈ, ਮਿੱਠੇ ਤੇਰੇ ਬੋਲ। ਦਵਾਰਕਾ ਨਗਰੀ, ਜਦੋਂ ਮੈਂ ਤੇਰੇ ਮਿੱਠੇ ਬੋਲ ਭਾਖਿਆ ਭਾਵ ਪਾਰ ਵਾਲੇ ਪਿਆਰ ਦੇ ਲੈ ਲੈਂਦਾ ਤਾਂ ਪਤਾ ਕੀ ਹੁੰਦਾ, ਦਵਾਰਕਾ ਨਗਰੀ ਕਾਹੇ ਕੇ ਮਗੋਲ। ਮਗੋਲ ਕੀ ਹੁੰਦਾ, ਵਿਕਾਰ। खुरासान खसमाना किया, हिंद शैतान डराया। मेरे सारे हिंद नूं शैतान ने डराया होया। पर मेरा मन नहीं मनता, अपनी गलती नहीं मनता कि मैं अपनी गलतियां दे ख्यालों कारण दुखी हाँ, आपे दोष ना दे करता। जदों अपनी गलती मैं मनना ही ना और दुखी भी हाँ, तां पता की होंदा है, जम कर मुगल चढ़ाया। मुगल नूं मगोल कहते ने। मगोल पुरानी हिस्टरी, तुर्क आए सी, सारी दुनिया विच आए सी। गुरु पातशाह प्रतीक वरतते ने, विकार इस तरह आते ने, पाप की जंज लै काबल, बिल्कुल फुली इक्विप्ड, काबलो ताया, वो आके अटैक करते हैं मेरे ते, और मेरे को चंगे चंगे गुणों का दान मंग लेंदे ने। जोर ही मंगे दान वेला मेरे को मंग लेंदे ने। मैं बड़ा दुखी हो जाता, फिर भी मैं मनता नहीं। इतनी मार पई कर लाने तैं की, मेरे मन को कह रहे तैं की दर्द ना आया। तू अपना दर्द जब तक आप समझ के सीधे पासे नहीं पैना चाहता, तैनू कोई सीधे राह नहीं पा सकता। पर जे तू मनता है तो फिर देख, अंदरों तू मन, बारों बारों ना मन। बारों बारों मनण वाले नू की कहंदे ने, शीस निभाए क्या थिए, जा हृदय कुशुद्ध जाए, जा हृदय कुशुद्ध जाए। शीस निभाए क्या थिए, जा हृदय कुशुद्ध जाए, जा हृदय कुशुद्ध जाए। तू एवं ही मत्था टेकन आना है, एवं ही सीस निभाता रहना है। मैनू बचपन की गल याद है, दो बीबियां आपस में गल कर रही सी, तू सिर ते पल्ला क्यों किया है? कहती मेरी सस कहती है, कहती जे तेरी सस सामने ना होए, कहती फिर मैं ला देनी हाँ। अच्छा तू रहिंदी सस नाल है? हाँ की करिए मजबूरी है। अच्छा फिर तेरी सस तैनूं कहती होनी सवेरे मैनू मत्था टेक, कहती मगरों लाउण वास्ते टेक देनी हाँ। ये सेंटेंसिस मैं उन्होंने सुने। ਇਹਦਾ मतलब वो पल्ला भी बद्दा चट्टी करती है, बद्दा चट्टी जो परे ना गुण ना उपकार। वो सस नूं मत्था भी अंदरों नहीं टेकती है, भाव है ही नहीं। मैं सोचिया माई गॉड, ये तो असी गुरु ग्रंथ साहब नूं जाके मत्था टेकदे हां, मम्मी पापा ने बोल दिया गुरुद्वारे जाया करो। मैं आ गया, और नहीं तो संडे को ज़बरदस्ती उठा के ले आते हैं। मैं आ गया,
ਸੀਸ ਨਿਵਾਇਆ ਕਿਆ ਥੀਏ ਜਾਂ ਹਿਰਦੇ ਕੁਸ਼ੁੱਧ ਜਾਏ, ਔਰ ਜਿਹਦਾ ਹਿਰਦਾ ਕੁਸ਼ੁੱਧ ਹੈ ਨਾ ਉਹ 10 ਜਗ੍ਹਾ ਟੇਕੇਗਾ, ਕਿਉਂਕਿ ਇੱਕ ਜਗ੍ਹਾ ਸਿਰ ਦਿੱਤਾ ਹੀ ਨਹੀਂ ਹੈ। एक जगह सिर रख के क्या ही नहीं है। तय साहिब की बात जे आख्या कौन नानक क्या दीजै, सीस बड़े कट दिओ रख दिओ, कर बैसन दीजै बिन सिर सेव करीजै। ये तो मैं कीता ही नहीं। मेरा हृदय कुशुद्ध है, शुद्ध कुशुद्ध, पुत्र कुपुत्र। इस तरह हृदय शुद्ध नहीं है, कूड़े नाल भरिया है। कुशुद्ध है, जे रीदा कुशुद्ध है तो मतलब अंदरों मैं झूठा हाँ। ਉਹਨੂੰ ਕਹਿੰਦੇ ਨੇ ਮਨ ਕਰ ਕਬੂ ਨਾ ਹਰ ਗੁਣ ਗਾਇਆ, मैं अंदरों गाया ही नहीं ने। अच्छा मैं अंदरों कुछ हाँ, हाँ जिसके अंतर राज अभिमान। अच्छा मैं अंदरों, बाहरों तो मैं नम्रता नाल करदा, अंदर मैनू अपने राज दी हंकार है। राज डज नॉट मीन किसी कंट्री दे राजे होइए, देश दे नहीं। हर मनुख दा अपना अपना एक राज है। अपने आस पास 2-4 बंदे होण, अपने टब्बर दे 2-4 बंदे होण, या चौकीदार ही चौक ते खड़ा होवे ना, वो भी राज चलांदा है। जिहड़े छोटे छोटे जमादार आंदे ने उन्हां दा भी राज चलांदा है। चपड़ासी भी राज चलांदा है। वड्डे असीं ते सारे चलांदे ही हाँ। हर कोई मनुख अपने चारों पासे अपने अपने राज, जिसके अंतर राज अभिमान। हम कुछ होते हैं। गुरु पातशाह उन्होंने तुसीं की कहंदे हो? वैसे बीबियां रोज़ सुखमनी च पढ़दियां, पर मैनूं ये समझाओ। बीबियां मंदियां ने मुबारक, नहीं मंदियां बीबियां जानन, पर मैनू अज दसो। कहते ने जिसके अंतर राज अभिमान सो नरक पाती, वो नरक में है अभी। होवत स्वान, होवत स्वान मीन्स वो कुत्ता है गुरु पातशाह मैं होने ही अंजा ए मैं अंदरों हाँ। अच्छा अंदरों दा तो तुसीं मैनूं बड़ियां पंक्तियां बोलदे हो, जियो महले बाहरों निर्मल। अंदरों दे तुसीं मैनूं बड़ियां गल्लां सुणांदे हो, गल्लियां सी चंगियां चारी बुरियां, मनु कुशुद्धा कालियाँ बाहर चिट्टियाँ, अंदर दियां तो बहुत टकोरा मार दो मैनू। पर मैं अंदर दी सुनना ही नहीं चाहता कि मेरे बारे कह रहे हो। मैं कह देना तुहाडी बाणी अगाध बोध है, किसी नूं समझ ही नहीं आती, उत्तों लंघ जाती है। कितना भुलेखा उत्तों लंघ जाती है। इस करके की करो, 108 वारी तुसीं एक ओंकार गुर प्रसाद पढ़ लिया करो, बस पूरा गुरु ग्रंथ साहब हो गया। ताकि ना पढ़ो ना समझो, बस सोना रुमाला डाओ, मत्था टेक के जाओ घर। 108 वारी जो एक ओंकार तो गुरप्रसाद भी नहीं आता, फिर कोई लफ्ज़ ही रटन कर लो, गल खत्म। सत्संग ना तो मैं किसी को रोक सकता लफ्ज़ ही रटन तो ना 108 वारी गुरप्रसाद एक ओंकार तो गुरप्रसाद पढ़न नूं मना कर सकदा। पढ़िए जी सदके पढ़िए, पर सारी बाणी गुरु पातशाह ने इतनी मेहनत की, इतनी संपादना की है, और तत्ती तवी ते बैठे इस संपादना तो बाद। दैट वाज द बिगेस्ट रिवोल्ट अगेंस्ट जहांगीर दा जुल्म कि सर्व सांझी वालता दा ग्रंथ तैयार कर दिता इन्होंने, और असी उसनू पढ़ना चाहते ही नहीं हाँ। आस्ता आस्ता मैं बाहर बैंकॉक सिंगापुर जदों आंदा सी 80 81 82 लोकी कहंदे सी जे अंदर दे दो चिट्टे रुमाले नहीं हैं ना सुख आसन दे प्रकाश नहीं करना चाहिए। फिर आस्ता आस्ता कहने जो पूरा सत्कार नहीं ना कर सकते, घरां तो गुरु ग्रंथ साहब ही अलोप हो गए। कितने अफसोस की गल है। कोई पैसे लेगा तो आके अरदास करेगा। भाई साहब जी नहीं कहते ने कि मैनू पैसे ही दोगे तो मैं अरदास करांगा। असी सोच रहे हैं कोई भी चोला ही आएगा जो किसी खास स्थान पर अरदास करता है तो ही पूरी होएगी। मैं अपनी अरदास करनी छड़ दी, मैं पाठ करना ही छोड़ दिता। क्यों? मैनू क्या अगाध बोध है, सत्कार हो ही नहीं सकता। हृदय मेरा शुद्ध आ, फोके झूठे मत्थे मैं टेकना। मनु कहते ने बाहर ज्ञान ध्यान इशनान बारों बारों अंतर व्यापै। अच्छा अंदर दी कोई गल है। अंतर व्यापै लोभ सुवान, सुवान होंदा है कुत्ता। ਇਹ ਜਿਹੜੀਆਂ ਆਦਤਾਂ ਪਈਆਂ ਹੋਈਆਂ ਨਾ ਮੈਨੂੰ, ਇਹਨਾਂ ਦੇ ਕਾਰਨ ਮੇਰੀ ਕੂੜ ਹੈ, ਔਰ ਇਹਨਾਂ ਆਦਤਾਂ ਦੇ ਕਾਰਨ ਮੈਂ ਰੋਜ਼-ਰੋਜ਼ ਇਹ ਬਣਦਾ ਹਾਂ, ਜੰਮਦਾ ਹਾਂ, ਮਰਦਾ ਹਾਂ, ਕੁੱਤਾ ਬਣਦਾ, ਬਿੱਲੀ ਬਣਦਾ, ਮੱਛੀ ਬਣਦਾ, ਜੀਭ ਦੇ ਸਵਾਦ ਵਿੱਚ, ਕੰਨ ਦੇ ਸਵਾਦ ਵਿੱਚ ਹਿਰਨ ਬਣਦਾ, ਕਾਮ ਦੇ ਸਵਾਦ ਵਿੱਚ ਹਾਥੀ ਬਣਦਾ। ਇਹ ਸਾਰਾ ਕੁਝ ਮੈਂ ਕਿਸ ਤਰ੍ਹਾਂ ਹੋ ਰਿਹਾ ਵਾਂ? ਇਹ ਕੂੜ ਮੇਰੀ ਉਤਾਰੋ, ਇਹ ਮੇਰਾ ਆਵਣ ਜਾਣ ਮੁਕਾਓ।
ਕੂੜ ਨੂੰ ਦੂਰ ਕਰਨ ਵਾਸਤੇ ਅੱਜ 7ਵੀਂ ਪੌੜੀ ਵਿੱਚ ਤੈਨੂੰ ਇੱਕ ਹੋਰ ਸੁਨੇਹਾ ਦਿੰਦਾ। ਜੇ ਜੁਗ ਚਾਰੇ ਹਾਰ ਜਾ, ਜੇ ਜੁਗ ਚਾਰੇ ਹੋਰ ਦਸੂਣੀ ਹੋਏ, ਹੋਰ ਦਸ ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੇ ਸਭ ਕੋਏ। ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੇ ਸਭ। ਚੰਗਾ ਨਾਮ ਰਖਾਏ ਹੈ, ਜਸ ਕੀਰਤ ਜਗ ਲੈ। ਚੰਗਾ ਜਸ ਕੀਰਤ ਜਗ ਲੈ। ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕੇ। ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ। ਕੀਟਾ ਅੰਦਰ ਕੀਟ, ਕਰ ਦੋਸ਼ੀ ਦੋਸ਼ ਤਰੇ। ਕੀਟਾ ਅੰਦਰ ਕੀਟ, ਕਰ ਦੋਸ਼ੀ ਦੋਸ਼ ਤਰੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ। ਤਿਹਾ ਕੋਈ ਨਾ ਸੂਝਈ, ਜੇ ਤਿਸ ਗੁਣ ਕੋਇ ਕਰੇ। ਤਿਹਾ ਕੋਈ ਨਾ ਸੂਝਈ, ਜੇ ਤਿਸ ਗੁਣ ਕੋਇ ਕਰੇ। ਬੜੀ ਪੜੀ ਇਹ ਪੌੜੀ ਦਿਨ ਵਿੱਚ ਮੈਨੂੰ ਯਾਦ ਹੈ, ਮੈਂ 40, 50, 51 ਜਪਜੀ ਸਾਹਿਬ ਕਰਦਾ ਹੁੰਦਾ ਸੀ। ਬਹੁਤ ਵਾਰੀ ਪੜ੍ਹੀ। ਅੱਜ ਗੁਰੂ ਪਾਤਸ਼ਾਹ ਇੱਕ ਮੇਰੀ ਕੂੜ ਦੂਰ ਕਰਨ ਵਾਸਤੇ ਮੈਨੂੰ ਇੱਕ ਨਵਾਂ ਸੁਨੇਹਾ ਦੇ ਰਹੇ ਨੇ। ਮੈਂ ਮੰਨ ਚੁੱਕਾ ਹਾਂ ਕਿ ਮੇਰੇ ਅੰਦਰ ਗੜਬੜ ਹੈ, ਤਾਂ ਹੀ ਮੈਂ ਆਇਆ ਸੀ। ਮੇਰੀ ਕੂੜ ਦੂਰ ਕਰੋ। ਕੂੜ ਦੀ ਪਾਲ ਜਦੋਂ ਤੱਕ ਦੂਰ ਨਹੀਂ ਹੋਏਗੀ, ਤਾਂ ਤੱਕ ਮੈਂ ਤੁਹਾਡਾ ਦਰ ਛੱਡਣਾ ਨਹੀਂ ਹੈ। ਪਰ ਆਮ ਤੌਰ 'ਤੇ ਉਲਟੀ ਗੱਲ ਹੁੰਦੀ ਹੈ। ਜੇ ਕਦੇ ਕਿਸੇ ਸ਼ਾਹ ਕੋਲ ਜਾਓ ਨਾ, ਉਹ ਸ਼ਾਹ ਸਭ ਨੂੰ ਦਾਤਾਂ ਦੇ ਰਿਹਾ ਹੋਵੇ, ਔਰ ਲੈਣ ਵਾਲੇ ਦੀ ਜਦੋਂ ਵਾਰੀ ਆਏ, ਸ਼ਾਹ ਨੂੰ ਕੁਝ ਹੋਰ ਕੰਮ ਪੈ ਜਾਏ, ਤਾਂ ਸਾਡੀ ਪਿੰਡੀ ਦੀ ਬੋਲੀ 'ਚ ਮੇਰੇ ਨਾਨਕੇ ਦਾਦਕੇ ਸੁਣਾਉਂਦੇ ਨੇ, ਧਾੜਾ ਦਰ ਛੋੜੀ ਕੇ ਮੈਂ ਵੰਝਸਾਂ ਹੋਰ ਕਿਧਨੇ ਨਾ। ਜਦੋਂ ਮਾੜੀ ਵਾਰੀ ਆਈ ਤਾਂ ਤੁਸਾਂ ਕੀ ਕੰਮ ਪੈ ਗਿਆ ਹੁਦਰੇ ਨਾ। ਜਦੋਂ ਮੇਰੀ ਵਾਰੀ ਆਈ ਤਾਂ ਤੁਸਾਂ ਕੀ ਕਹਿ ਹੋਇਆ। ਇਸ ਤਰ੍ਹਾਂ ਹੀ ਬੋਲਦੇ ਨੇ। ਪਰ ਇੱਥੇ ਉਲਟਾ ਹੋਇਆ ਹੈ। ਮੇਰੀ ਵਾਰੀ ਆਈ, ਮੈਂ ਮਸਲਾ ਹੋ ਗਿਆ। ਮੇਰੀ ਵਾਰੀ ਆਈ, ਤੁਹਾਡੇ ਖਜ਼ਾਨੇ 'ਚੋਂ ਮੈਂ ਮੂੰਹ ਮੋੜ ਗਿਆ। ਚੰਗਾ ਭਲਾ ਖਜ਼ਾਨਾ ਦਾਤੇ ਦਾਤ ਰੱਖਿਆ ਤਾਂ ਆਪਣਾ, ਜਿਸ ਭਾਵੇਂ ਤਿਸ ਦੇਈ ਵਾਸਤੇ ਪਿਆ। ਮੈਂ ਮੰਗਿਆ ਹੀ ਨਹੀਂ ਸੀ, ਔਰ ਨਾ ਮੰਗਣ ਦੇ ਕਾਰਨ ਮੇਰਾ ਸਾਰਾ ਸਰੀਰ ਭੰਗ ਹੋ ਗਿਆ। ਕਿਉਂ? ਮੈਨੂੰ ਇਹ ਭੁਲੇਖਾ ਪੈ ਗਿਆ, ਮੈਨੂੰ ਸਭ ਕੁਝ ਪਤਾ ਹੈ।
ਗੁਰੂ ਨਾਨਕ ਸਾਹਿਬ ਇੱਕ ਹੋਰ ਸੁਮਤ ਬਖਸ਼ਣ ਵਾਸਤੇ ਸੁਣਿਆ ਦਿੰਦੇ ਨੇ, ਪੱਬਰ ਤੂੰ ਹਰਿਆਵਲਾ, ਪੱਬਰ ਤੂੰ ਹਰਿਆਵਲਾ, ਕਮਲਾ ਕੰਚਨ ਵਨ, ਕਮਲਾ ਕੰਚਨ ਵਨ, ਪੱਬਰ ਤੂੰ ਹਰਿਆਵਲਾ, ਪੱਬਰ ਤੂੰ ਹਰਿਆਵਲਾ, ਕਹਿ ਦੋਖੜੇ ਸੜੇ ਹੋਏ, ਕਹਿ ਦੋਖੜੇ ਸੜੇ ਹੋਏ, ਕਾਲੀ ਹੋਇਆ ਦੇਵਰੀ, ਕਾਲੀ ਹੋਇਆ ਦੇਵਰੀ, ਨਾਨਕ ਮੈਂ ਤਨ ਭੰਗ, ਨਾਨਕ ਮੈਂ ਤਨ ਭੰਗ, ਜਾਣਾ ਪਾਣੀ ਨਾ ਲਹਾ, ਜਾਣਾ ਪਾਣੀ ਨਾ ਲਹਾ, ਜੈਸੇ ਤੀ ਮੇਰਾ ਸੰਗ, ਜੈਸੇ ਤੀ ਮੇਰਾ ਸੰਗ, ਜਿਤ ਡਿਠੈ ਤਨ ਪਰ ਫੁੜੈ, ਜਿਤ ਡਿਠੈ ਤਨ ਪਰ ਫੁੜੈ, ਚੜੈ ਚਵਗਣ ਵਨ, ਚੜੈ ਚਵਗਣ ਵਨ, ਪੱਬਰ ਤੂੰ ਹਰਿਆਵਲਾ, ਪੱਬਰ ਤੂੰ ਹਰਿਆਵਲਾ, ਕਮਲਾ ਕੰਚਨ ਵਨ, ਪੱਬਰ ਤੂੰ ਹਰਿਆਵਲਾ। ਪੱਬਰ ਦਾ ਇੱਕ ਇਲੂਜ਼ਨ ਬਣਾ ਕੇ ਉਸ ਨੂੰ ਪੁੱਛਦੇ ਨੇ, ਪੱਬਰ ਇੱਕ ਛੱਪੜ ਇੱਕ ਪੌਂਡ। ਗੁਰੂ ਨਾਨਕ ਸਾਹਿਬ ਸ਼ਲੋਕ 12 ਤੇ ਵਧੀਕ ਵਿੱਚ, ਤੂੰ ਹਰਿਆ ਭਰਿਆ ਸੀ, ਤੇਰੇ ਵਿੱਚ ਕਮਲ ਖਿੜਦੇ ਸਨ, ਖੁਸ਼ਬੂ ਆਉਂਦੀ ਸੀ। ਇਸ ਤਰ੍ਹਾਂ ਅਸੀਂ ਬਚਪਨ ਵਿੱਚ ਨਿਰਮਲ ਸਾਫ ਸੁਥਰੇ ਪੈਦਾ ਹੁੰਦੇ ਹਾਂ। ਸਭ ਦੇ ਵਿੱਚ ਰੱਬ ਜੀ ਵਸਦੇ ਨੇ। ਸਾਰੇ ਮੈਲੇ ਹੋ ਜਾਣ ਤੇ ਗੱਲ ਵੱਖਰੀ ਹੈ, ਲੇਕਿਨ ਸਾਰਿਆਂ ਦੇ ਅੰਦਰ ਸ਼ਮਤਾ ਹੈ। ਹਰ ਬੀਜ ਦੇ ਅੰਦਰ ਕਪੈਸਿਟੀ ਹੈ ਕਿ ਹਰ ਬੀਜ ਪੇੜ ਬਣ ਸਕਦਾ ਹੈ, ਪੇੜ ਬਣ ਕੇ ਫਲ ਫੁੱਲ ਦੇ ਸਕਦਾ ਹੈ, ਛਾਂ ਦੇ ਸਕਦਾ ਹੈ। ਪਰ ਮੈਨੂੰ ਬਚਪਨ ਤੋਂ ਤਾਂ ਪਤਾ ਨਹੀਂ ਸੀ, ਲੇਕਿਨ ਵੱਡੇ ਹੋ ਕੇ ਜਦੋਂ ਮੈਲਾ ਹੋ ਗਿਆ ਤੇ ਮੈਨੂੰ ਇਹ ਸੁਣਾਇਆ ਗਿਆ, लाखों करोड़ों में कोई एक विरला बनता है। तब मैं सोचा वो लाखों करोड़ों में मैं एक नहीं हूँ। इस करके मैं ਤੁਹਾਡਾ ਦਰ ਪ੍ਰਾਪਤ ਹੈ, ਤੁਹਾਡਾ ਸਰੋਵਰ ਪ੍ਰਾਪਤ ਹੈ, ਜਿਹਦੇ ਨਾ ਕਿ ਮੈਂ ਠੀਕ ਕਾਂ ਤੋਂ ਹੰਸ ਹੋ ਸਕਦਾ ਸੀ, ਪਰ ਮੈਂ ਆ ਕੇ ਇੱਥੇ ਸੋਚਿਆ वो लाखों करोड़ों में मैं तो एक है नहीं हूँ। ਇਸ ਕਰਕੇ ਮੈਂ ਇੱਥੇ ਨਾ ਬੇਦਿਲਿਆਂ ਆ ਕੇ ਚਲਾ ਜਾਂਦਾ ਸੀ ਵੀ ਆਈ ਡੋਂਟ ਕੁਆਲੀਫਾਈ, ਮੈਂ ਤੇ ਧਰਮੀ ਬਣ ਹੀ ਨਹੀਂ ਸਕਦਾ, ਤੁਹਾਡਾ ਸਿੱਖ ਤੁਹਾਡੇ ਭਾਣੇ ਚੱਲ ਹੀ ਨਹੀਂ ਸਕਦਾ। ਸਾਧ ਸੰਗਤ ਇਸ ਖਿਆਲ ਨੇ ਬਹੁਤ ਭੁਲੇਖਾ ਪਾਇਆ ਸਾਨੂੰ। ਇੱਕ ਸ਼ਹਿਰ ਅੰਦਰ ਲੱਖਾਂ ਬੰਦੇ ਨੇ, ਉਹਨਾਂ 'ਚੋਂ ਕੋਈ ਇੱਕ ਵਿਰਲਾ ਬਣੇਗਾ। ਇੱਕ ਕੰਟਰੀ ਅੰਦਰ ਕਈ ਬੰਦੇ ਨੇ, ਉਹਨਾਂ 'ਚੋਂ ਕੋਈ ਇੱਕ ਵਿਰਲਾ ਬਣੇਗਾ। ਜਦੋਂ ਅਸੀਂ ਵਿਰਲਾ ਬਣਨਾ ਚਾਹੁੰਦੇ ਹਾਂ ਤੇ ਧਰਤੀ ਦਾ ਹਰ ਮਨੁੱਖ ਬਣ ਸਕਦਾ ਹੈ, ਬਸ਼ਰਤੇ ਉਹ ਮੰਨੇ ਕਿ ਮੇਰੀ ਕੂੜ ਹੈ। ਜਿਸ ਦਿਨ ਕੂੜ ਉਤਰ ਜਾਂਦੀ ਹੈ ਉਸ ਦਿਨ ਵਿਰਲੇ ਬਣ ਜਾਂਦੇ ਆ। ਹਰ ਕੋਈ ਵਿਰਲਾ ਬਣ ਸਕਦਾ, ਪਰ ਜੇ ਅਸੀਂ ਉਹਨੂੰ ਬਹੁਤ ਮੁਸ਼ਕਿਲ ਹੈ, ਤਿੱਖੀ ਖੰਡੇ ਤਾਰ ਹੈ, ਵਾਲੋਂ ਨਿੱਕੀ ਹੈ, ਬਹੁਤ ਮੁਸ਼ਕਿਲ ਹੈ ਸਾਧ ਸੰਗਤ ਜੀ, ਵਾਲ ਦੀ ਤੰਦ ਤੋਂ ਵੀ ਪਤਲਾ ਇਹਦਾ ਬ੍ਰਿਜ ਇਹਦੇ ਤੇ ਟੁਰ ਕੇ ਜਾਣਾ ਹੁੰਦਾ ਹੈ, ਤੇ ਅਸੀਂ ਤੇ ਟੁਰ ਨਹੀਂ ਸਕਦੇ। ਅਸੀਂ ਦੁਨਿਆਵੀ ਜੀਵਾਂ, ਸਾਨੂੰ ਆਪਣਾ ਖਾਣ ਪੀਣ ਕਮਾਉਣ ਦਿਓ, ਟੱਬਰ ਨਾਲ ਰਹਿਣ ਦਿਓ,
ਸਾਰੀ ਦੁਨੀਆ 'ਚ ਕਹਿੰਦੀ ਹੈ ਫਿਰ। ਪਰ ਅਸੀਂ ਜਿਤਨਾ ਦੁਨੀਆ ਵਾਸਤੇ ਈਜ਼ੀ ਕਰਕੇ ਸਾਹਮਣੇ ਪੇਸ਼ ਕਰੀਏ, ਇਹ ਨਦੀ ਪੇਸ਼ ਕਰੀਏ, ਤਾਂ ਇਸ ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ। ਹਰ ਕੋਈ ਇਸ ਤੋਂ ਪਾਣੀ ਲੈ ਸਕਦਾ ਹੈ, ਅੰਮ੍ਰਿਤ ਲੈ ਸਕਦਾ ਹੈ, ਪਰ ਹਰ ਕਿਸੇ ਨੂੰ ਭੁਲੇਖਾ ਮੈਂ ਉਹ ਵਿਰਲਾ ਹੈ ਨਹੀਂ। ਹਰ ਕੋਈ ਵਿਰਲਾ ਬਣ ਸਕਦਾ ਹੈ, ਜੇ ਕੋ ਮਨ ਜਾਣਾ ਮਨ ਕੋਈ ਬਣ ਸਕਦਾ ਹੈ। ਇਹਦਾ ਮਤਲਬ ਅਸੀਂ ਇਸ ਭੁਲੇਖੇ ਤੋਂ ਛੁੱਟਾਂਗੇ ਕਿ ਕਰੋੜਾਂ ਪਿੱਛੇ ਕੋਈ ਇੱਕ ਹੁੰਦਾ ਹੈ। ਜਨ ਨਾਨਕ ਕੋਟਨ ਮੈਂ ਕਹੂੰ ਭਜਨ ਰਾਮ ਕੋ ਪਾਵੈ, ਉਸ ਸ਼ਬਦ ਦਾ ਪੂਰਾ ਕੰਟੈਕਸਟ ਪੜਾਂਗੇ ਤਾਂ ਜੋ ਉਸ ਨੂੰ ਸੁਣਦਾ ਸਮਝਦਾ ਉਹ ਵਿਰਲਾ ਬਣ ਜਾਂਦਾ ਹੈ। ਹਰ ਕੋਈ ਬਣ ਸਕਦਾ ਹੈ। ਜੇ ਬਾਹਰਲੀ दुनिया भी चेंज होवे ना, हर कंट्री का कॉन्स्टिट्यूशन है, कानून है, मोटर व्हीकल डिपार्टमेंट का रेड लाइट पार नहीं करनी है, करने से एक्सीडेंट हो जाता है। कुछ लोग की कहन मैं विरला है नहीं, मैं पार कर गया, टक्कर होगी तो मैं क्या करूं, लाल बत्तियां पार करते रहिए। दुनियावी तौर पर तो लाल बत्ती पार करके साड़ी प्रॉब्लम हो जाती है, अंदर दे खाने में क्यों मैं सोचता पिया कि मैं विरला है नहीं, इस करके मैं अपनी मन मर्जी करता रहा। ਹੁਣ ਗੁਰੂ ਪਾਤਸ਼ਾਹ ਕਹਿੰਦੇ ਨੇ ਤੈਨੂੰ ਇਹ ਖਿਆਲ ਪਤਾ ਕਿਸ ਤਰ੍ਹਾਂ ਆਉਂਦਾ ਹੈ, ਜਦੋਂ ਤੂੰ ਮੈਲਾ ਹੋ ਜਾਂਦਾ ਹੈ। ਪੱਬਰ ਤੂੰ ਹਰਿਆਵਲਾ ਕਮਲਾ ਕੰਚਨ ਵਨ ਕਹਿ ਦੋਖੜੇ ਸੜੇ ਹੋਏ, ਕੀ ਤੂੰ ਦੋਖ ਕੀਤਾ ਜੋ ਸੜ ਗਿਆ, ਤੇਰੇ 'ਚ ਬੋ ਆਉਂਦੀ ਹੈ, ਤੇਰੇ ਕਮਲ ਫੁੱਲ ਵੀ ਸੜ ਗਏ ਨੇ, ਤੇਰਾ ਸਰੋਵਰ ਵੀ ਸੁੱਕ ਗਿਆ, ਤੇਰੇ ਪਾਣੀ 'ਚ ਜਾਲਾ ਪੈ ਗਿਆ, ਅਲਗੀ ਕਾਈ ਜੰਮ ਗਈ ਹੈ, ਬਦਬੂ ਆਉਂਦੀ ਹੈ, ਤੇਰੇ ਨੇੜੇ ਕੋਈ ਬਹਿਣਾ ਨਹੀਂ ਚਾਹੁੰਦਾ। ਜਦੋਂ ਸਾਡੇ ਨੇੜੇ ਕੋਈ ਮਨੁੱਖ ਬਹਿਣਾ ਨਾ ਚਾਹੀਦਾ ਮਤਲਬ ਮੇਰੇ 'ਚੋਂ ਸਮੈਲ ਆਉਂਦੀ ਹੈ, ਬਦਬੂ ਆਉਂਦੀ ਹੈ, ਮੇਰੇ ਘਰ ਵਾਲੇ ਵੀ ਮੇਰੇ ਨੇੜੇ ਨਹੀਂ ਬੈਠ ਸਕਦੇ ਨੇ। ਉਸ ਵੇਲੇ ਗੁਰੂ ਪਾਤਸ਼ਾਹ ਕਹਿੰਦੇ ਆਦ ਘੜੀ ਕੋ ਨਾ ਰੱਖੈ, ਮਨ ਰੂਪੀ ਹਿਰਦੇ 'ਚੋਂ ਘਰ ਤੇ ਦੇਤ ਨਿਕਾਲ। ਕਿਉਂ ਤੂੰ ਜੀਵਤ ਵਿਵਹਾਰ ਕਰਦਾ ਹੀ ਨਹੀਂ ਹੈ, ਸਭ ਕੇ ਜੀਵਤ ਕੋ ਵਿਵਹਾਰ ਵਾਲਾ ਜੀਵਨ ਤੇ ਹੈ ਨਹੀਂ ਤੇਰਾ, ਉਹ ਡੈਡ ਬਾਡੀ ਵਾਸਤੇ ਨਹੀਂ ਹੈ। ਕਹਿੰਦੇ ਨੇ ਕਹਿ ਦੋਖੜੇ ਸੜੇ ਹੋਏ ਕਾਲੀ ਹੋਈ ਆ ਦਿਉਰੀ, ਨਾਨਕ ਮੈਂ ਤਨ ਭੰਗ, ਮੇਰਾ ਸਾਰਾ ਤਨ ਭੰਗ ਹੋ ਗਿਆ, ਖੇਰੂ ਖੇਰੂ ਹੋ ਗਿਆ, ਮੇਰੀਆਂ ਅੱਖਾਂ ਮੇਰਾ ਕਹਿਣਾ ਨਹੀਂ ਮੰਨਦੀਆਂ, ਕੰਨ ਮੇਰੇ ਕਹਿਣਾ ਨਹੀਂ ਮੰਨਦੇ, ਮੇਰੀ ਟੰਗਾਂ ਕਹਿਣਾ ਨਹੀਂ ਮੰਨਦੀਆਂ, ਮੇਰਾ ਰੋਮ ਰੋਮ ਸਾਰਾ ਇੰਦਰਾ ਗਿਆਨ ਇੰਦਰਾ ਨਾਲ ਗੜਬੜ ਹੋ ਗਿਆ। ਇਹ ਸਾਰਿਆਂ ਨੂੰ ਮਿਲਾਣਾ ਜੇ ਹੋਵੇ ਨਾ ਤਾਂ ਬੇਨਤੀ ਕੀਤੀ ਹੋਈ ਹੈ, ਹੋਈ ਇਕੱਤਰ ਮਿਲੋ ਮੇਰੇ ਭਾਈ। ਅਸੀਂ ਕਿਹਦੇ ਅਰਥ ਬਣਾਏ ਹੋਏ ਸੀ, ਉਹ ਇਹ ਚਾਰ ਪ੍ਰਬੰਧਕ ਲੜਦੇ ਰਹਤੇ हैं यार, लड़ाई मत करो, ਹੋਏ ਇਕੱਤਰ ਮਿਲੋ ਮੇਰੇ ਭਾਈ। ਬਾਹਰਲੀ ਨਹੀਂ ਗੱਲ ਚੱਲ ਰਹੀ, ਮੇਰੇ ਸਾਰਿਆਂ ਨੂੰ ਮਿਲਾਉਣ ਦੀ ਗੱਲ ਚੱਲ ਰਹੀ ਹੈ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ। ਲਿਵਲਾਈ ਨਿਜ ਘਰ ਦੇ ਅੰਦਰ ਸਤਿਗੁਰੂ ਰੱਬ ਜੀ ਰਹਿੰਦੇ ਨੇ, ਉਹਨਾਂ ਦੇ ਨਾਲ ਇੱਕ ਸਾਰੇ ਟਿਊਨਡ ਹੋ ਜਾਓ, ਸੂਤਰਧਾਰੀ ਕਰ ਲਓ ਨਾ, ਡੋਰੀ ਹੱਥ ਮਾਰੇ ਕਰਾ ਲਓ, ਹੋ ਜਾਏਗਾ। ਗੁਰਮਤ ਨੂੰ ਸਮਝਣ ਦੀ ਗੱਲ ਕਰ ਰਹੇ ਹਾਂ। ਇਹ ਗੱਲ ਪੱਬਰ ਦੀ ਛੁਰੀ ਗੁਰੂ ਨਾਨਕ ਸਾਹਿਬ ਸੀਨ ਪੇਸ਼ ਕਰ ਰਹੇ, ਕਹਿ ਦੋਖੜਾ ਸੜੇ ਹੋਏ ਕਾਲੀ ਹੋਈ ਹੈ ਦਿਉਰੀ, ਨਾਨਕ ਮੈਂ ਤਨ ਭੰਗ, ਸਾਰਾ ਤਨ ਭੰਗ ਹੋ ਗਿਆ। ਹੁਣ ਆਨਸਰ ਕਰਦੇ ਨੇ ਕਿਉਂ ਹੋਇਆ, ਜਾਣਾ ਪਾਣੀ ਨਾ ਲਾਹਾਂ। ਮੈਨੂੰ ਨਾ ਓਵਰ ਕੌਨਫੀਡੈਂਸ ਹੋ ਗਿਆ, ਮੈਨੂੰ ਤਾਂ ਸਭ ਕੁਝ ਪਤਾ ਹੀ ਹੈ, ਪਰ ਜਿਸ ਪਾਣੀ ਦੇ ਨਾਲ ਮੇਰੇ ਅੰਦਰ ਦੀ ਦੁਬਦਾ ਤ੍ਰਿਸ਼ਨਾ ਪਿਆਸ ਮੁੱਕ ਸਕਦੀ ਸੀ, ਸੰਤੋਖ ਦਾ ਜਲ, ਉਹ ਮੈਂ ਲੈਂਦਾ ਨਹੀਂ, ਸਤਿਗੁਰ ਦੀ ਵਿਜ਼ਡਮ ਦਾ ਨਹੀਂ ਲੈਂਦਾ। ਜਾਣਾ ਪਾਣੀ ਨਾ ਲਾਂ, ਜੈ ਸੇਤੀ ਮੇਰਾ ਸੰਗ ਨਹੀਂ ਕੀਤਾ, ਤੋੜ ਲਿਆ ਆਪਣੇ ਆਪ ਨੂੰ, ਕਿਰਤ ਕਰਮ ਕੇ ਵਿਛੜੇ ਹੋ ਗਿਆ। ਜੇ ਮੈਂ ਉਹ ਪਾਣੀ ਲੈਂਦਾ, ਸੋ ਸਰੋਵਰ ਦਾ ਤੁਸੀਂ ਸੀਨ ਬਣਾਓ, ਇੱਕ ਛੱਪੜ ਹੋਵੇ, ਇਹਦੇ 'ਚ ਉੱਤੋਂ ਪਹਾੜੀਆਂ ਤੋਂ ਪਾਣੀ ਆਉਂਦਾ ਅਤੇ ਇੱਥੋਂ ਓਵਰਫਲੋ ਕਰਕੇ ਬਾਹਰ ਨਿਕਲ ਜਾਂਦਾ ਹੈ। ਇਹ ਫਰੈਸ਼ ਰਹਿੰਦਾ ਹੈ ਛੱਪੜ, ਤਾਜ਼ਾ ਪਾਣੀ ਆਈ ਜਾ ਰਿਹਾ, ਪੁਰਾਣਾ ਬਾਸੀ ਪਾਣੀ ਨਿਕਲੀ ਜਾ ਰਿਹਾ। ਇਹਦੀ ਫਰੈਸ਼ਨੈਸ ਦੇ ਕਾਰਨ ਇਹਦੇ ਅੰਦਰ ਖੁਸ਼ਬੂ ਰਹਿੰਦੀ ਹੈ, ਪਾਣੀ ਹਰਿਆ ਭਰਿਆ ਰਹਿੰਦਾ ਹੈ। ਪਰ ਜੇ ਇਹ ਪਾਣੀ ਅਵਗੁਣ ਕੱਢੇ ਹੀ ਨਾ ਜਾਣ, ਉੱਤੋਂ ਨਵਾਂ ਪਾਣੀ ਮੈਂ ਲਵਾਂ ਨਾ, ਤਾਂ ਤੇ ਫਿਰ ਇੱਥੇ ਬਦਬੂ ਪੈਣੀ ਸ਼ੁਰੂ ਹੋਏਗੀ ਨਾ। ਇਹ ਹਾਲ ਹੋ ਗਿਆ ਸੀ ਮੇਰਾ, ਮੈਂ ਸੱਚ ਸੁਣਦਾ ਹੀ ਨਹੀਂ ਸੀ। ਜਿਤ ਡਿੱਠੈ ਤਨ ਪਰਫੁੜੈ, ਮੇਰਾ ਸਾਰਾ ਇਹ ਸਰੋਵਰ ਪ੍ਰਫੁੱਲਤ ਹੋ ਸਕਦਾ ਸੀ, ਬਲੌਸਮਿੰਗ ਹੋ ਸਕਦੀ ਸੀ। ਚੜ੍ਹੈ ਚਵਗਣ ਵਨ, ਚਵਗਣ ਵਨ ਨਹੀਂ ਹੈ, ਚਵਗਣ ਵਨ, ਚਵਗਣ ਮੀਨਸ 4 ਗੁਣਾ ਨਹੀਂ, ਮੈਨੀ ਟਾਈਮਸ। ਉਹ ਹੁਣ ਇਸ ਪੌੜੀ ਵਿੱਚ ਆਏਗਾ, ਹੋਰ ਦਸੂਣੀ ਹੋਏ, ਦਸੂਣੀ 10 ਗੁਣਾ ਨਹੀਂ, ਅਨਲਿਮਿਟਿਡ ਬੇਅੰਤ ਇਨਫਿਨਿਟ ਟਾਈਮਸ ਮਲਟੀਪਲਾਈਡ ਚੰਗੇ ਗੁਣ
ਇਹੀ ਆਖੀਰ ਵਿੱਚ ਆਏਗਾ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਵੱਧਦੇ ਨੇ ਜੇ ਤੂੰ ਗੁਣ ਲੈਣਾ ਚਾਹੁੰਦਾ ਹੈ, ਜੇ ਨਹੀਂ ਲੈਣਾ ਚਾਹੁੰਦਾ ਪੱਬਰ ਵਾਂਗੂ ਤੇਰੇ ਅੰਦਰ ਬਦਬੂ ਪੈ ਜਾਂਦੀ ਹੈ। ਹੁਣ ਅੱਜ ਦੀ ਇਸ ਪੌੜੀ ਦੇ ਅੰਦਰ ਉਤਰਦੇ ਆ। ਕਹਿੰਦੇ ਨੇ ਜੇ ਯੁੱਗ 4 ਅਸੀਂ ਸਮਝ ਚੁੱਕੇ ਸੀ ਪਹਿਲੇ ਦਿਨ। 4 ਦਾ ਮਤਲਬ 4 ਨਹੀਂ ਹੁੰਦਾ, 4 ਦਾ ਮਤਲਬ ਹੈ ਚੰਗੇ ਗੁਣਾਂ ਦਾ ਚੱਜ ਆਚਾਰ। ਚੱਜ ਆਚਾਰ ਦਾ, ਚੰਗੇ ਗੁਣਾਂ ਦੀ ਸੁੰਦਰਤਾ ਦਾ ਸੰਖੇਪ ਵਰਡ ਵਰਤਿਆ ਗਿਆ ਗੁਰਬਾਣੀ 'ਚ 4। ਯੁੱਗ ਹੁੰਦਾ ਮੇਰਾ ਥਾਟ ਪ੍ਰੋਸੈਸ। ਹੁਣ ਸਾਧ ਸੰਗਤ ਜੀ ਜਿਹੜਾ ਪੁਰਾਣਾ ਸੁਣਿਆ ਹੈ ਨਾ, इतने लाख युग सतयुग था, फिर इतने लाख साल द्वापर था, त्रेता था, फिर आजकल ना 2.5 करोड़ साल या 2.5 लाख साल कल युग रहेगा। मैं ਉਹਦੀਆਂ ਗੱਲਾਂ ਨਹੀਂ ਕਰ ਰਿਹਾ। ਹੁਣ ਬਾਹਰਲੇ ਯੁੱਗਾਂ ਨੂੰ ਛੱਡ ਦਈਏ, ਅੰਦਰ ਦੇ ਯੁੱਗ ਦੀ ਕੱਲ ਕੇ ਲਖਣੇ ਵਿਚਾਰ। ਅੰਦਰ ਮੇਰੇ ਕਲ ਯੁੱਗ ਵਾਪਰ ਰਿਹਾ, ਹੁਣ ਉਹਦੀ ਗੱਲ ਚੱਲ ਰਹੀ ਹੈ। ਅੰਦਰ ਜਿਹੜਾ ਮੇਰੇ ਕਲ ਯੁੱਗ ਵਾਪਰਦਾ ਹੈ, ਉਸ ਕਲ ਯੁੱਗ ਨੂੰ ਹੁਣ ਮੈਂ ਸਮਝਣਾ ਹੈ। ਉਸ ਦੇ ਵਾਸਤੇ ਜਦੋਂ ਮੈਨੂੰ ਚੰਗੇ ਗੁਣਾਂ ਦਾ ਥਾਟ ਪ੍ਰੋਸੈਸ, ਮੇਰੇ ਇੱਕ ਇੱਕ ਥਾਟ ਪ੍ਰੋਸੈਸ ਨੂੰ ਯੁੱਗ ਕਹਿੰਦੇ ਨੇ, ਜੇ ਉਹ ਪੁੱਠੇ ਪਾਸੇ ਹੈ ਤਾਂ ਮੈਂ ਸਤਯੁਗ ਤੋਂ ਕਲਯੁਗ ਵਿੱਚ ਡਿੱਗ ਪਿਆ ਹੋਇਆ ਹਾਂ। ਦੁਆਪਰ ਤ੍ਰੇਤਾ ਕਰਦਾ ਹੋਇਆ ਕਲਯੁਗ ਤੇ ਡਿੱਗ ਪਿਆ। ਪਰ ਜੇ ਮੈਂ ਇਸ ਪਾਸੋਂ ਆਪਣੇ ਆਪ ਨੂੰ ਸਿੱਧੇ ਪਾਸੇ ਕਰਾਂ, ਕਲ ਵਾਲੀ ਅਵਸਥਾ ਤੋਂ ਕਲਯੁਗ ਮੈਂ ਕੀਰਤਨ ਪ੍ਰਦਾਨਾ, ਵਾਜੇ ਵਾਲਾ ਨਹੀਂ, ਕਲ ਹੋ ਰਹੀ ਹੈ ਤੇਰਾ ਯੁੱਗ, ਤੇਰਾ ਥਾਟ ਪ੍ਰੋਸੈਸ ਅੰਦਰ ਕਲ ਹੋ ਰਹੀ ਹੈ, ਵਿਆਕੁਲ ਹੈ, ਅਪਸੈਟ ਹੈ। ਕੀਰਤੀ ਰੱਬ ਜੀ ਦੀ ਵਡਿਆਈਆਂ ਦੀ ਵਿਚਾਰ, ਜੀਵਨ ਰੱਬੀ ਗੁਣਾਂ ਦਾ ਆਪਣੇ ਆਪ ਨੂੰ ਦੇ, ਕੀਰਤਨ ਪ੍ਰਧਾਨਤਾ ਇਹਦੀ ਕਰ। ਕੀਰਤੀ, ਵਡਿਆਈਆਂ, ਪ੍ਰਸ਼ੰਸਾ, ਰੱਬੀ ਗੁਣਾਂ ਦਾ ਜੀਵਨ ਆਪਣੇ ਗੁਣਾਂ ਉੱਤੇ ਲਿਆ, ਬਣਾ। ਕਲ ਯੁੱਗ ਮੈਂ ਕੀਰਤਨ ਪ੍ਰਦਾਨਾ। ਜੇ ਯੁੱਗ ਚਾਰੇ ਆਰਜਾ, ਸਾਧ ਸੰਗਤ ਇਹ ਆਰਜਾ ਕਿਹੜੀ ਹੈ? ਇੱਕ ਵਾਰੀ ਮੈਂ ਪਹਿਲਾਂ ਵੀ ਡਿਸਕਸ ਕਰ ਚੁੱਕਾ ਹੋਇਆ। ਇੱਕ ਬੱਚਾ ਰੱਬ ਜੀ ਨੂੰ ਪੁੱਛਦਾ, ਰੱਬ ਜੀ ਆਪਕੇ ਦੇਸ਼ में 1 मिनट कितनी देर का होता है? रब ने कहा 1 करोड़ साल 1 मिनट के बराबर होता है मेरे देश में। अकाल ने ना इस करके बहुत बड़ा होता उन्होंने। अच्छा रब जी 1 करोड़ साल होता है 1 मिनट आपके यहाँ पर? रब जी कहते हाँ। उन्हें बच्चा पूछता है अच्छा 1 टका, 1 पैनी, 1 पैसा कितने के बराबर होता है आपके यहाँ पर? रब जी कहते 1 करोड़ रुपए या 1 अरब रुपए। हुण बच्चे ने सोचा रब जी बड़े प्यार नाल जवाब दे जा रहे हैं, मज़ा आ गया, रब जी मेरी गल ही पै गए ने। रब जी नूं कहंदा है क्या आप मेरे को 1 पैनी 1 टका दे सकते हो? रब जी पता ही कहते हैं 1 मिनट ठहर। रब जी के देश 1 मिनट तो 1 करोड़ साल है। रब जी के देश की यूनिट दे नाल नहीं मिला सकते असी अपने ख्याल। रब जी का देश नीको ठाकुर देशा है, ग्रेट है, उसकी गिणती वक्री होंदी है, ਉਹਦੀ ਆਰਜਾ ਹੀ ਵੱਖਰੀ ਹੁੰਦੀ ਹੈ। ਉਹਦੀ ਆਰਜਾ ਦੇ ਵਿੱਚ ਜੇ ਆ ਗਏ, ਉਹਦੇ ਵਾਲੀ ਉਮਰ ਪ੍ਰਾਪਤ ਕਰਨ ਵਾਸਤੇ ਕੀ ਹੁੰਦਾ? 1 ਬੂੰਦ ਗੁਰ ਅੰਮ੍ਰਿਤ ਦੀਨੋ ਤਾਂ ਅਟਲ ਅਮਰ ਨਾਮੂਆ, ਮਰਦਾ ਹੀ ਨਹੀਂ ਕਦੀ। ਬੇਅੰਤ ਕਰੋੜਾਂ ਸਾਲ ਜੀਂਦੇ ਨੇ। ਹਾਂ ਉਹ ਮੇਰੇ ਮਨ ਕੀ ਆਤਮਕ ਅਵਸਥਾ ਹੈ ਅਤੇ ਜਿਹੜਾ ਪਲ ਪਲ ਹੈ ਮੇਰਾ ਇੱਕ ਇੱਕ ਯੁੱਗ ਹੈ। ਜੇ ਯੁੱਗ ਚਾਰੇ ਆਰਜਾ, जे ऐसी वाली अकल प्राप्त हो जाए, होर दसूनी होए, वो वधदी है, चढ़ा चवगण वन होंदी है। युग चारे लगातार हमेशा फॉर एवर सच दा जीवन वधदा है। जे सच दी सोचनी दा ढंग अपने युग च पाया जाए, चंगे आचरण के गुण आचार लिया जाए, सोचनी के ढंग की सारी सृष्टि जिहड़ी पिछली पौड़ी सी ना, जेती सिर ठुपाई वेखा, वो जिहड़ा कर्मा है ना, फलसफा है रब जी का, जे वो सतगुर की मत लई जाए तो की होंदा है? नवां खंडां विच जानी है।
ਇਹ ਮੇਰੇ 9 ਖੰਡ ਨੇ ਜੋਗੀਆਂ ਦੀ ਬੋਲੀ 'ਚ। ਗੁਰਮਤਿ ਸਿਰਫ 9 ਖੰਡ ਨਹੀਂ ਮੰਨਦੀ ਹੈ। ਜੋਗੀਆਂ ਦੀ ਬੋਲੀ ਵਿੱਚ ਜੇ ਅਸੀਂ 9 ਖੰਡ ਮੰਨੀਏ ਇਹਨਾਂ ਨੂੰ, ਤਾਂ ਜੋਗੀਆਂ ਦੀ ਬੋਲੀ ਵਿੱਚ 10ਵਾਂ ਦਵਾਰ ਉਹ ਬ੍ਰੇਨ ਨੂੰ ਕਹਿੰਦੇ ਨੇ। ਗੁਰੂ ਸਾਹਿਬ 10ਮ ਦਵਾਰ ਮਨ ਨੂੰ ਕਹਿੰਦੇ ਨੇ। ਤੇਰੇ ਮਨ ਦੇ ਕਪਾਟ ਖੁੱਲ ਗਏ ਨਾ, 10ਮ ਦਵਾਰ ਖੁੱਲ ਗਿਆ। ਇਸ ਕਰਕੇ ਅਸੀਂ ਜਿਤਨੀ ਜੋਗੀਆਂ ਦੀ ਬੋਲੀ ਦੀ ਗਿਣਤੀਆਂ ਨੇ 3 5 7 ਭਗੌਤੀ, ਉਹ ਜਿਹੜੀ ਭੁਗਤ ਖਾਂਦੇ ਨੇ, ਭੁਗਤ ਜਿਹੜੀ ਖਾਂਦੇ ਨੇ, ਇਸ ਤਰੀਕੇ ਦੇ ਨਾਲ ਜੋਗੀਆਂ ਦੇ ਜਿਤਨੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ, ਇਸ ਤਰੀਕੇ ਦੇ ਨਾਲ ਜੋਗੀਆਂ ਦੇ 3 ਖੰਡ 9 ਖੰਡ ਪ੍ਰਿਥਵੀ, ਇਹ ਸਾਰੇ ਜਿਤਨੀ ਬੋਲੀਆਂ ਪੁਰਾਣੀਆਂ ਚਲਦੀਆਂ ਆ ਰਹੀਆਂ ਨਾ, ਗੁਰੂ ਸਾਹਿਬ ਗਿਣਤੀਆਂ ਵਰਤਦੇ ਨੇ। ਗਿਣਤੀਆਂ ਦੇ ਚੱਕਰ ਵਿੱਚ ਨਹੀਂ ਸਾਨੂੰ ਪਾਉਂਦੇ ਨੇ। ਜਦੋਂ ਪੰਜ ਪ੍ਰਮਾਣ ਆਏਗਾ, ਪੰਜ ਦਾ ਮਤਲਬ ਚੰਗੇ ਚੰਗੇ ਚੁਣ ਚੁਣ ਕੇ ਵਧੀਆ ਵਧੀਆ ਗੁਣ ਸਪਿਰਿਚੁਅਲਿਟੀ ਦੇ, ਰੂਹਾਨੀਅਤ ਦੇ। ਨਵਾਂ ਖੰਡਾਂ ਵਿੱਚ ਜਾਣੀ ਹੈ। ਜਦੋਂ ਆਪਣੇ ਇੱਕ ਇੱਕ ਖੰਡ ਨੂੰ ਸੁਮਤ ਬਖਸ਼ਣੀ ਹੋਵੇ ਨਾ, ਤਾਂ ਕਿਹਨੂੰ ਦਿਆਂਗਾ ਮੈਂ? ਮੇਰੇ ਕੂੜੇ ਮਨ ਨੂੰ ਜਿਵੇਂ ਸਾਫ਼ ਕਰ ਦਿਆਂ, ਉਹ ਸਭ ਜਗ੍ਹਾ ਟਰਾਂਸਮਿਟ ਕਰੇਗਾ। ਇਹਨੂੰ ਭਗਤ ਕਹਿੰਦੇ ਨੇ। ਭਗਤ ਕੋਈ ਇਨਸਾਨ ਨਹੀਂ ਹੁੰਦਾ। ਜਦੋਂ ਮੇਰਾ ਮਨ ਨਿਜ ਘਰ ਚੋਂ ਸੱਚ ਦਾ ਅੰਮ੍ਰਿਤ ਰੂਪੀ ਦੁੱਧ ਲੈਂਦਾ ਅਤੇ ਆਪਣੇ ਰੋਮ ਰੋਮ ਇੰਦਰੇ ਗਿਆਨ ਇੰਦਰੇ ਨੂੰ ਟਰਾਂਸਮਿਟ ਕਰਦਾ, ਇਸ ਅਵਸਥਾ ਨੂੰ ਭਗਤ ਕਹਿੰਦੇ ਨੇ। ਨਵਾਂ ਖੰਡਾ ਵੀ ਜਾਣੀ ਹੈ, ਨਾਲ ਚੱਲਿਆ ਸਭ ਕੋਈ। ਇਹ ਸਾਰੇ ਇੰਦਰੇ ਗਿਆਨ ਇੰਦਰੇ ਜਿਹੜੇ ਭੰਗ ਹੋ ਗਏ ਸੀ ਨਾ, ਸਾਰੇ ਨਾਲ ਹੋ ਗਏ। ਹੁਣ ਇਹ ਵੀ ਕਹਿੰਦੇ ਨੇ ਅਸਾਂ ਵੀ ਉੱਥੇ ਜਾਣਾ। ਅਸੀਂ ਪੜ੍ਹਦੇ ਸੀ ਜਿਹੜਾ ਬੰਦਾ ਮਰ ਗਿਆ, ਜਿੱਥੇ ਇਹ ਚਲਾ ਗਿਆ ਨਾ, ਭੋਗ ਇਹਦਾ ਪੈਂਦਾ ਪਿਆ। ਸਾਧ ਜੀ ਆਓ ਗਾਈਏ ਅਸਾਂ ਵੀ ਉੱਥੇ ਜਾਣਾ। ਤੇ ਜਦੋਂ ਇੱਕ ਰਾਗੀ ਸਿੰਘ ਜੀ ਗਾ ਰਹੇ ਸੀ, ਮੈਂ ਭੋਗ ਪੈਣ ਤੋਂ ਬਾਅਦ ਉਹਨਾਂ ਨੂੰ ਕੰਨ 'ਚ ਪੁੱਛਿਆ ਸੀ ਜਾਣਾ ਹੈ? ਕਹਿੰਦੇ ਨਹੀਂ। ਮੈਂ ਕਿਹਾ ਤੁਸੀਂ ਸੱਚ ਬੋਲਿਆ ਹੈ। ਮੱਖੀ ਨੂੰ ਹੱਥ ਮਾਰੋ ਮੱਖੀ ਉੱਡ ਜਾਂਦੀ ਹੈ, ਮੱਛਰ ਨੂੰ ਹੱਥ ਮਾਰੋ ਮੱਛਰ, ਉਹ ਤੇ ਮਰਨਾ ਨਹੀਂ ਚਾਹੁੰਦੇ। ਕੌਣ ਮਰਨਾ ਚਾਹੁੰਦਾ ਹੈ? ਅਸਾਂ ਵੀ ਉੱਥੇ ਜਾਣਾ ਦੇ ਅਰਥ ਹੀ ਇਹ ਨਹੀਂ ਬਣ ਰਹੇ ਸੀ। ਅਸਾਂ ਵੀ ਉੱਥੇ ਜਾਣਾ, ਸਾਹਿਬ ਸੰਭਾਲੇ ਪੰਥ ਨਿਹਾਲੇ, ਅਸਾਂ ਵੀ ਉੱਥੇ ਜਾਣਾ। ਸਾਰੇ ਇੰਦਰੇ ਗਿਆਨ ਇੰਦਰੇ ਕਹਿ ਰਹੇ ਨੇ, ਜਿੱਥੇ ਸਾਡਾ ਇਹ ਮਨ ਕੂੜ ਛੱਡ ਕੇ ਨਿਜ ਘਰ ਦੇ ਮਹਿਲ ਅੰਦਰ ਚਲਾ ਗਿਆ ਨਾ, ਇਸਨੇ ਸਤਿਗੁਰ ਦਾ ਰੱਬ ਦਾ ਪੰਥ ਸੰਭਾਲ ਲਿਆ ਨਾ, ਅਸਾਂ ਵੀ ਉੱਥੇ ਜਾਣਾ। ਕਦੋਂ ਕਹਿੰਦੇ ਨੇ? ਜਾਂ ਦਿਨ ਕਬੀਰ ਜਾਂ ਦਿਨ ਹੋਮੁਆ, ਜਾਂ ਦਿਨ ਕਬੀਰ ਜਾਂ ਦਿਨ ਹੋਮੁਆ, ਪਾਛੈ ਪਿਆ ਆਨੰਦ, ਮੋਏ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ। ਜਿਸ ਦਿਨ ਮੈਂ ਆਪਣੀ ਹੌ ਛੱਡੀ, ਮਨ ਕੀ ਮੈਲ ਛੱਡੀ, ईगो छड़ी, कबीर जा दिन होम हुआ, फ़ायदा क्या है? पाछा पे आनंद। पाछा मीन्स उसके बाद, आफ्टरवर्ड्स क्या हुआ, इफेक्ट क्या हुआ, बेनिफिट क्या मिला, उसका सदका मैनू आनंद आया। मोए मिलियो प्रभ अपना, मन कह रहा मैं सरेंडर कर गया, मैनू मेरे रब जी मिल गए ने, जिथे वो पंथ संभाल के गया। तो सारे इंद्रे ज्ञान इंद्रे जेडे कह रहे ने असा भी उत्थे जाना, ये नाल चल पे ने। संगी संगी टब्बर नूं नहीं कहंदे ने, संगी भैन भरा दोस्तां यारां मित्रां नूं संगत नूं नहीं कहंदे ने। संगी मेरे इंद्रे ज्ञान इंद्रे, इन्हां नूं आवो सखियो सहेलड़ियो कहंदे ने, आवो भैणे गल मिले कहंदे ने। सखी आओ सखी, बस आओ सखी। एक एक ख्याल नूं, एक एक इंद्रे ज्ञान इंद्रे नूं, एक एक सोच मंडल नूं जदों उस पासे टुर पैंदे ने ना, नवां खंडां विच जाणी है। कदों? जदों सतगुर दी मत लई नाल चले सब कोई, सारे उस पासे टुर पैंदे ने। किस दे? जिस मन ने कूड़ छड्डण दा फैसला कीता। विरला मन नूं इह गल, बनन वाले नूं इह गल समझ आ रही है। उहनूं किस तरह प्राप्त होया? उन्हें चंगा नाव रखाया। चंगा नाव रखाए के मीनस चंगा, उच्चे दा नाव, उच्चे दी मत चंगी है। मांगना माकन नीका, हर जस गुर ते मांगना उन्हें मंगया। नीका चंगा नाव रखाए के, मन अंदर रखिया, सुमत अंदर रखिया, सुरत मत बुद्ध अंदर इसनू रखिया लैके, छड्डिया नहीं। असी तो गुरुद्वारे आके सुन के छड़ के चले जाते हैं ना, नहीं नाल लैके जाना सी।
ਚੰਗਾ ਨਾਮ ਰਖਾਇ ਕੈ ਫਾਇਦਾ ਕੀ ਹੁੰਦਾ ਹੈ? ਜਸ ਕੀਰਤ ਜਗ ਲੇ। ਸਾਰੇ ਇੰਦਰੇ ਗਿਆਨ ਇੰਦਰੇ ਰੱਬੀ ਉਸਤਤ ਵੇਲੇ ਨਾਲ ਹਰ ਵੇਲੇ ਜੁੜ ਜਾਂਦੇ ਨੇ। ਸੱਤੀ ਪੈਰੀ ਸੱਤ ਪੱਲਾ ਬਈਏ ਪੜਿਆ ਪਾਸ, ਉੱਥੇ ਕੂੜੇ ਕੱਟੇ ਰਾਸ ਹੁੰਦੀ ਹੈ ਫਿਰ। ਪਰ ਕੂੜੇ ਕੱਟੇ ਰਾਸ ਦੀ ਜਿਹੜੀ ਗੱਲ ਸਮਝਾਈ ਹੈ ਨਾ, ਇਸ ਗੱਲ ਨੂੰ ਸਮਝਣ ਵਾਸਤੇ ਪਹਿਲਾਂ ਮੈਂ ਆਪਣੀ ਹੋਂ ਛੱਡੀ। ਫਾਇਦਾ ਕੀ ਹੋਇਆ? ਨਵਾਂ ਖੰਡਾ ਵੀ ਜਾਣੀ ਹੈ, ਨਾਲ ਚੱਲੇ ਸਭ ਕੋਏ, ਚੰਗਾ ਨਾਮ ਰਖਾਇ ਕੈ ਜਸ ਕੀਰਤ ਜਗ। ਸਾਰੇ ਇੰਦਰੇ ਗਿਆਨ ਇੰਦਰੇ ਥਾਟ ਪ੍ਰੋਸੈਸ ਵਿੱਚ ਮੇਰੇ ਸਾਰੇ ਸਰੀਰ ਜਗ ਵਿੱਚ ਪ੍ਰਾਪਤ ਹੋਈ ਹੁੰਦੀ ਹੈ। ਕਦੋਂ? ਜਦੋਂ ਮੈਂ ਸਤਿਗੁਰ ਦੀ ਮੱਤ ਪਸੰਦ ਕਰਦਾ। ਫਿਰ ਹੀ ਸ਼ਰਤ ਰਹੇਗੀ ਨਾ, ਪਸੰਦ ਕਦੋਂ ਕਰਦਾ? ਜਦੋਂ ਮੈਂ ਮੰਨਦਾ ਕਿ ਮੈਂ ਕੂੜਾ ਹਾਂ, ਤੁਹਾਡੇ ਸਰੋਵਰ ਵਿੱਚ ਨਹਾਉਣ ਆਇਆ। ਇਹੀ ਕਰਾਂਗੇ ਨਾ। ਜੋ ਹਰ ਪਾਵੈ ਭਗਤ ਤਿਨਾ ਹਰ ਪਾਵੈਂਗੇ। ਜੋ ਹਰ ਪਾਵੈ ਭਗਤ ਤਿਨਾ ਹਰ ਪਾਵੈਂਗੇ। ਜੋਤੀ ਜੋਤ ਰਲਾਏ ਜੋਤ ਰਲ ਜਾਵੇਂਗੇ। ਜੋਤੀ ਜੋਤ ਮਿਲਾਏ ਜੋਤ ਰਲ ਜਾਵੇਂਗੇ। ਜੋਤ ਰਲ ਜਾਵੇਂਗੇ। ਓ ਤੁਮਰੀ ਕਰੋ ਨਿਤ ਆਸ ਨਿਤ ਆਸ। ਪ੍ਰਭ मोह कब गल लावेंगे। प्रभु मोह कब गल लावेंगे। ए इच्छा है गल तो ही लग सकता जे अपनी कूड़ दूर करें। तैनू उन्हां दी मत पसंद है। जो हर भावे भगत तिनार भावेंगे। जिसनू पसंद है वो पा जाते ने। पा जाणगे नहीं है, ਜਾਂਦੇ ਹਨ, ਮਿਲ ਜਾਂਦੇ ਹਨ, ਪਾ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਉਹਦਾ ਭਾਣਾ ਪਸੰਦ ਆ ਚੁੱਕਾ ਹੋਇਆ ਹੈ। ਪਰ ਇਸ ਮਨ ਨੂੰ ਸਮਝਾਇਆ ਜਾ ਰਿਹਾ, ਜੇ ਤਿਸ ਨਜ਼ਰ ਨਾ ਆਵੇ, ਜੇ ਤੂੰ ਉਸ ਦੀ ਨਜ਼ਰ ਨਜ਼ਰੀਏ ਮੁਤਾਬਕ ਆਪਣਾ ਜੀਵਨ ਠੀਕ ਨਹੀਂ ਕਰਦਾ, ਜੇ ਤੂੰ ਉਸ ਨਜ਼ਰੀਏ ਮੁਤਾਬਕ ਨਹੀਂ ਰਹਿੰਦਾ ਨਾ, ਤਾਂ ਤੂੰ ਆਪਣੇ ਮਨ ਕੀ ਮਤ ਕਰਦਾ? ਮਨ ਕੋਲੋਂ ਪੁੱਛਦਾ। ਉਹਨੂੰ ਮਨਮੁਖ ਕਹਿੰਦੇ ਨੇ। ਨਿਜਕਰ ਅੰਦਰ ਰੱਬ ਜੀ ਰਹਿੰਦੇ ਨੇ। ਉਹਨਾਂ ਦੇ ਮੁਖ ਤੋਂ ਨਿਕਲੀ ਗੱਲ ਨੂੰ ਗੁਰਮੁਖ ਨੂੰ ਜੇ ਸੁਣੇ, ਪਰ ਸੁਣੇਗਾ ਤਾਂ ਜੇ ਤੂੰ ਪੁੱਛੇਗਾ। ਜੇ ਪੁੱਛੇਗਾ ਹੀ ਨਹੀਂ ਤਾਂ ਸੁਣੇਗਾ ਨਹੀਂ, ਜੇ ਸੁਣੇਗਾ ਹੀ ਨਹੀਂ ਤਾਂ ਮੰਨੇਗਾ ਹੀ ਨਹੀਂ। ਅੱਛਾ ਜੀ, ਗੁਰੂ ਪਾਤਸ਼ਾਹ ਮੈਂ ਤਾਂ ਸੋਚ ਰਿਹਾ ਸੀ ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛ ਗਏ। ਰੱਬ ਬਾਤ ਨਹੀਂ ਪੁੱਛਦਾ ਕਿ ਮੈਂ ਨਹੀਂ ਪੁੱਛ ਰਿਹਾ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਮੈਨੂੰ ਆਪਣੀ ਮੱਤ ਦੀ ਨਦਰ ਮਿਲਾਣੀ ਪਏਗੀ ਤੁਹਾਡੇ ਨਾਲ, ਤਾਂ ਸਤਿਗੁਰ ਪ੍ਰਾਪਤ ਹੁੰਦਾ ਹੈ। ਰੱਬ ਜੀ ਨਦਰ ਨਹੀਂ ਕਰਨਗੇ। ਰੱਬ ਜੀ ਦੀ ਨਦਰ ਤੇ ਆਲਰੇਡੀ ਹੈ। ਮੈਨੂੰ ਉਹਦੇ ਨਾਲ ਆਪਣੇ ਆਪ ਨੂੰ ਇਕਮਿਕ ਕਰਨਾ ਹੈ। ਨਦਰ ਕਰੇ ਜੇ ਆਪਣੀ, ਤਾਂ ਫਿਰ ਇਹਦਾ ਮਤਲਬ ਨਦਰ ਉਪੱਠੀ ਮੈਂ ਕੀਤੀ ਹੋਈ ਸੀ, ਨਦਰ ਮੈਨੂੰ ਉਪੱਠੀ ਤੋਂ ਸਿੱਧੀ ਕਰਨੀ ਹੈ। ਜੇ ਮੈਂ ਉਸ ਦੀ ਨਦਰ ਹੇਠਾਂ ਨਹੀਂ ਆਉਂਦਾ, ਵਿਰਲਾ ਮਨ ਬਣਨ ਵਾਲੇ ਨੂੰ ਇਹ ਸਮਝ ਆ ਰਹੀ ਹੈ ਗੱਲ। ਜੇ ਤਿਸ ਨਦਰ ਨਾ ਆਵਈ ਤਾਂ ਉਹਦੀ ਨਿਸ਼ਾਨੀ ਕੀ ਹੈ? ਮੇਰੀ ਮੱਤ ਉਹਦੀ ਬਾਤ ਪੁੱਛੇਗੀ ਨਹੀਂ। ਜਿਸ ਪਤਨੀ ਨੂੰ ਪਤੀ ਦੀ ਗੱਲ ਪਸੰਦ ਹੀ ਨਾ ਹੋਵੇ, ਉਹ ਪਤੀ ਨੂੰ ਪੁੱਛਦੀ ਨਹੀਂ। ਪਰ ਜਿਹੜੀ ਕੁਕਿੰਗ ਦਾ ਅਹਿਸਾਨ ਚਾੜੇ, ਉਹ ਵੀ ਪੁੱਛੇਗੀ ਨਹੀਂ। ਜੋ ਬਣਿਆ ਖਾ ਲਵੋ। ਲੇਕਿਨ ਜਿਹੜੀ ਪਿਆਰ ਵਿੱਚ ਹੋਏਗੀ, ਭਾਵ 'ਚ ਹੋਏਗੀ, ਉਹ ਬੱਚਿਆਂ ਨੂੰ ਔਰ ਪਤੀ ਨੂੰ ਪੁੱਛੇਗੀ ਕੀ ਚਾੜਾਂ। ਪੁੱਛੇਗੀ ਨਾ। आप अपनी बात कहो, काइंडली अपनी डिमांड रखो, मैं वैसे बनाने को तैयार हूँ। प्यार है ना पाओ, इसनों अंदर लै जाओ। गुरु पातशाह की लैंग्वेज सुनो। जे गुरु पातशाह कहते ने फिर वातड़ी ना पूछे, सुहाग का गणावे। आप न वंजा सो रहे सिख लोग सुनावे, कंत ना पूछे वातड़ी सुहाग गणावे। वाह जी वाह। तू अपने निजकर दे अंतर आत्मे च वसते हुए रब जी कंत को तो पुछते ही नहीं है, बात ना पूछे के। पर गुरु साहब रोजगार ने तय साहिब की बात जी आख है,
कोई कर गल सुनावे और नाम की सो लगे गुरसिखा मन मिठा। गुरु साहब तो कह रहे मैनू बात सुनाओ, तेरा सदड़ा सुनी जय भाई, जे को वह अलाए मैनू कोई सदड़ा सुनावे मैं सुनने वास्ते तैयार हाँ। तै साहिब की बात जी अख है, कहो नानक क्या दीजै, सीस बड़े कर बैसन दीजै, विण सिर सेव करी जै। अच्छा मैं तो कहानी पुट्ठी पाई हुई सी, मैं सोचता सी रब बात नहीं पुछदे ने। गुरु पातशाह कह रहे तेरी मत नहीं पुछदी है कि मेरे शो प्रीतम पातशाह जी तुसी की कहंदे हो, तुहाडी रजा चलण वास्ते मैनू पहली पौड़ी समझाया हुक्म रजाई चलना, पर तुहाडा हुक्म है कि मैं पुछदी ही नहीं, मैं पुछदा ही नहीं। जे मैं नदर थल्ले नहीं आंदा, नदर अकॉर्डिंग अपना पैराडिम नहीं करता, तुहाडे नज़रिए मुताबिक नहीं कचदा करदा, तो मेरा तुहाडी बात पुछण ते दिल ही नहीं कर रहा। पर जे मैं तुहाडे मुताबिक करा तो मैं बात पूछना चाहता, अपनी बात आखो काइंडली प्लीज़। मैं तुहाडे दर ते आया, बात पुछण आया, पर मेरी मत कहंदी सी पिर वातड़ी ना पुछी धन सुहागण ना हो। मैं अपने आप को सुहागण अखवा रही हाँ, पर मेरे मन अंदर वधाई आ सकती सी, गुरसिखा मन वधाइयाँ जिन मेरा सतगुरु डिठा रामदास जी। अगे कहते ने कोई कर गल सुनावे राम की सो लगे गुरसिखा मन मिठा। गुरसिखा का मतलब कोई मनुख नहीं चल रही गल, ਉਹ गुरु की सिक्ख्या मैनू मिठी लगती है। मिठी लगती है तो पसंद आती है, तो ही मिठी लगती है। ना पसंद आ बच्चा कहता मम्मी दवाई कौड़ी है, रोग दूर ही नहीं कराना चाहता। कहते ने वो बात पुछे ना ਤਾਂ गल बनती है। पर विरला मन में गल समझ आ रही है, अगर मैं कूड़ उतरवाना चाहता हाँ तो मैं नदर हेठा आना पेगा, नदर अकॉर्डिंग अपना पैराडिम बनाना पेगा, वरना मैं बात पुछदा ही नहीं। जे तिस नज़र ना आवे कूड़ तो सचार बनने वाले मन नूं समझ आ रही है गल, ओदी यात्रा विच पहली पौड़ी तो सवाल करन तो बाद 38 पौड़ी तक वो पूरी यात्रा है कूड़ उतरन दी, और उन्होंने कुछ कुछ गल्लां समझाइयां जा रही, सिम्पटम्स समझाए जा रहे हैं। सिम्पटम्स के किहड़े बैड इफैक्ट होंदे ने वो सारिया पौड़ियां समझाया जा रहा है। अते सारियां तो तू छुट सकता है जे यह वाली दवाई इंज खाए। ये 38 पौड़ी तक की यात्रा है, पुछेगा सुनेगा तो मनेगा ना। इस करके इस तो अगलियां पौड़ियां सुनन दियां शुरू होणगियां अते फिर उस तो बाद मनने दियां। हाँ मनु समझ आ रही है भी बात पुछदा नहीं आ, पूछने आया हूँ, जो पुछन आया तो सुनानगे ना। पर जो तुसी किसी को सवाल पूछो सर आर के पुरम कहाँ है, और उस तो बाद जो दसन लगे सुनो ही ना, उनको पता है तुमको कहाँ है, वो कहेगा उल्टा ही बोलने लग गया है, सुन नहीं रहा। सुनना है, बात पूछ, पहले एड्रेस पूछ, बीमारी के बारे में पूछ, कूड़ मन में लॉस्ट हाँ कन्फ्यूज हाँ, फिर पूछेगा। जे तिस नज़र ना आवी तो बात ना पूछे के, जदों नहीं पुछते हाँ ताकि होंदा है। कीटा अंदर कीट, रब जी मैनू नहीं बनाते ने, मेरा अपना जीवन कीटा वाला बन जाता है। बिन सिमरन त्रिग कर्म करास, काग बतन बिष्टा में वास। जदों असी पढ़ांगे ना हर के जान सतगुर सतपुरखा बिनो करो गुरपास, हम कीड़े, हम कीड़े हैं कोई? हाँ मेरे ख्याल कीड़े किरम वाले ने, हम कीड़े किरम सतगुर शरणाई। साध संगत जेड़े कहते ने पिछले जन्म में कीड़े सी, अगले जन्म में मर के कीड़े हो जाएंगे, या जे रब की गल नहीं मनांगे तो असी कीड़े बन जावांगे। उन्होंने पूछा जाए कि कीड़े आते हैं गुरुद्वारे, मेरी एट प्रेजेंट कीड़े बनने की अवस्था है, हम कीड़े किरम सतगुर शरणाई। मेरे मन की अवस्था की गल चल रही है ना, कोई कीड़े मकोड़े की तो नहीं चल रही। जो मैं बिष्टा में वास, त्रिग वास वाला जीवन है मेरा, त्रिगाकार लानत पैण वाला, मैनू अपने ते मुँह थुक्का पैरियां ने, ये लानता वाला मेरा जीवन। मैं अपने आप को कीड़ियां तो भी कीड़ा होर मंदी जीवनी च पा लैंदा, कीटां दर कीट कर दोषी। मैं अपने आप को दोषी जीवन बना लैंदा हाँ, पर मंदा नहीं हाँ। मैनू क्या तू दूजे ते ब्लेम ना राया कर, दद्दा दोष ना देऊ किसै, दोष कर्मा अपने, जो मैं किया सो मैं तू दोषी है, रब जी ने तेन दोषी ठहराया ही नहीं। हर कर्म दा रिस्पॉन्सिबिलिटी तू अपने मोढे ते लै,
ਜ਼ਿੰਮੇਵਾਰੀ ਆਪਣੇ ਮੋਢੇ ਤੇ ਲੈ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਆਵਰਜਨਾ। ਕੀਟਾਂ ਅੰਦਰ ਕੀਟ, ਕੀੜਿਆਂ ਤੋਂ ਵੀ ਕੀੜਾ, ਮੀਨਸ ਹੋਰ ਨਿਕੰਮੀ ਮੰਦੀ ਤੋਂ ਮੰਦੀ ਨੀਵੀਂ ਸੋਚ ਵਾਲਾ ਜੀਵਨ। ਕੀਟਾਂ ਅੰਦਰ ਕੀਟ, ਕਰ ਦੋਸ਼ੀ, ਮੇਰਾ ਮਨ ਮੈਨੂੰ ਦੋਸ਼ੀ ਬਣਾ ਦਿੰਦਾ ਹੈ, ਦੋਸ਼ ਧਰੇ। ਦੋਸ਼ ਵਾਲੀ ਮੱਤ ਧਰ ਲਈ, ਚੰਗਾ ਨਾਮ ਨਹੀਂ ਰਖਾਇਆ। ਵਿਰਲਾ ਮਨ ਨੂੰ ਸਮਝ ਆ ਰਹੀ ਹੈ, ਕੀਟਾਂ ਅੰਦਰ ਕੀਟ, ਕਰ ਦੋਸ਼ੀ, ਦੋਸ਼ ਧਰੇ। ਹੁਣ ਇਸ ਨੂੰ ਰੱਬ ਜੀ ਦਾ ਇਹ ਗੁਣ ਸਮਝ ਆ ਰਿਹਾ ਕਿ ਜੇ ਮੈਂ ਰੱਬ ਜੀ ਦੀ ਨਦਰ ਪ੍ਰਾਪਤ ਕਰਾਂ ਤਾਂ ਰੱਬ ਜੀ ਮੈਨੂੰ ਮੇਰਾ ਕੀੜਾ ਥਾਪ ਦੇ ਪਾਤਸ਼ਾਹੀ ਕਰ ਸਕਦੇ ਨੇ। ਕੀੜਾ ਥਾਪ ਦੇ ਪਾਤਸ਼ਾਹੀ। ਮੈਂ ਆਇਆ ਕੀੜਾ ਸੀ, ਉਹਨੂੰ ਪਾਤਸ਼ਾਹ ਬਣਾ ਸਕਦੇ ਹੋ। ਮੇਰੇ ਗੁਰੂ ਪਾਤਸ਼ਾਹ ਮੇਰੇ ਮਨ ਕੀ ਅਵਸਥਾ ਦਾ ਕੀੜਾ ਨੂੰ ਪਾਤਸ਼ਾਹ ਬਣਾ ਸਕਦੇ ਨੇ। ਇਸ ਕਰਕੇ ਕਹਿੰਦੇ ਨਾਨਕ ਨਿਰਗੁਣ, ਜਿਹਦੇ ਕੋਲ ਕੋਈ ਗੁਣ ਨਹੀਂ ਹੈ ਨਾ, ਬਿਨਾ ਗੁਣ ਵਾਲੇ ਨੂੰ ਵੀ ਜੇ ਉਹ ਆ ਕੇ ਕਵੇ ਮੈਂ ਕੂੜ ਨਾਲ ਭਰਿਆ, ਮੈਨੂੰ ਸੁਮਤ ਬਖਸ਼ੋ, ਨਾਨਕ ਨਿਰਗੁਣ ਗੁਣ ਕਰੇ। ਗੁਣਵੰਤਿਆਂ ਗੁਣ ਦੇ, ਉਹਨੂੰ ਚੰਗੇ ਗੁਣ ਦੇ ਦਿੰਦੇ ਨੇ। ਚੰਗੇ ਗੁਣ ਤਾਂ ਟਿਕਦੇ ਨੇ ਜਦੋਂ ਭਾਂਡਾ ਸਾਫ਼ ਕਰਦੇ ਜਾਓ। ਭਾਂਡਾ ਸਾਫ਼ ਕਰਨ ਵਾਸਤੇ ਪਹਿਲਾਂ ਮੰਨਣਾ ਪੈਂਦਾ ਹੈ ਮੇਰਾ ਭਾਂਡਾ ਮੈਲਾ ਹੈ। ਇਹ ਜਦੋਂ ਮੰਨ ਜਾਂਦੇ ਆ ਨਾ ਮੇਰਾ ਭਾਂਡਾ ਮੈਲਾ ਹੈ, ਤਾਂ ਗੱਲ ਬਣਦੀ ਹੈ। ਤਾਂ ਮੈਂ ਉਸ ਵੇਲੇ ਬਿਦਰ ਹੋ ਜਾਂਦਾ ਹਾਂ। ਗੁਰਮਤਿ 'ਚ ਬਿਦਰ ਕਿਹਨੂੰ ਕਹਿੰਦੇ ਨੇ? ਜਿਸ ਦਾ ਬਾਹਰਲੀ ਕਿਸੇ ਚੀਜ਼ 'ਤੇ ਟੇਕ ਨਹੀਂ ਹੈ। ਸਭ ਦਰ ਮੈਂ ਚਾਰੇ ਕੁੰਡਾ ਪਾਲੀਆਂ, ਜੋ ਸਾਰੇ ਦਰਾਂ ਤੋਂ ਪਰੇ ਹੋ ਕੇ ਮਨ ਬੈਰਾਗ ਪਿਆ। ਦਰਸ਼ਨ ਦੇਖਣੇ ਕਾ ਚਾਓ, ਧਨ ਸੋ ਤੇਰਾ ਥਾਉ, ਤੇਰੇ ਥਾਨ ਵਿੱਚ ਆਇਆ ਵਾਂ ਮੈਂ। ਉਹਨੂੰ ਬਿਦਰ ਕਹਿੰਦੇ ਨੇ ਗੁਰਬਾਣੀ 'ਚ। ਐਸੋ ਪਾਓ ਬਿਦਰ ਕੋ ਦੇਖਿਓ, ਨਿਮਰਤਾ ਪਾਓ। ਪਰ ਮੈਂ ਤੇ ਮੰਨਦਾ ਹੀ ਨਹੀਂ ਸੀ। ਹੁਣ ਮੈਨੂੰ ਸਮਝ ਆ ਰਹੀ ਹੈ। ਹਰ ਬਿਨ ਜੀਓ ਜਲ ਬਲ ਜਾਓ, ਜੀਓ ਜਲ ਬਲ ਜਾਓ। ਹਰ ਬਿਨ ਜੀਓ ਜਲ ਬਲ ਜਾਓ, ਜੀਓ ਜਲ ਬਲ ਜਾਓ। ਮੇਰਾ ਜੀਓ ਜਲ ਬਲ ਜਾਂਦਾ ਹੈ, ਸੜ ਬਲ ਜਾਂਦਾ ਹੈ। ਇਸ ਕਰਕੇ ਮੈਂ ਤੁਹਾਡੇ ਦਰ 'ਤੇ ਆਇਆ। ਮੈਂ ਆਪਣਾ ਗੁਰਪੂਛ ਦੇਖਿਆ, ਅਵਰ ਨਹੀਂ ਥਾਉ। ਹੁਣ ਮੈਂ ਨਮਰਤਾ 'ਚ ਆਇਆ, ਭਾਉ 'ਚ ਆਇਆ, ਔਰ ਆ ਕੇ ਮੈਂ ਨਾ ਤੁਹਾਡੇ ਅੱਗੇ ਸਰੈਂਡਰ ਕਰ ਰਿਹਾ ਵਾਂ। ਬਹੁਤ ਕੀਮਤੀ ਅਵਸਥਾ ਬਿਆਨ ਕਰ ਰਹੇ ਨੇ। ਇੱਕ ਕਾਮਨ ਲੇਮੈਨ, ਸਾਦਾ ਇਨਸਾਨ, ਅਨਪੜ੍ਹ ਹੈ ਕਿ ਪੜ੍ਹਿਆ, ਜੋ ਮਰਜ਼ੀ ਹੈ, ਉਸ ਨੂੰ ਸਮਝਾ ਰਹੇ ਨੇ ਤੂੰ ਅਮੀਰ ਹੈ ਕਿ ਗਰੀਬ ਹੈ, ਕਿਸ ਜ਼ਾਤ ਦਾ ਨਹੀਂ ਗੱਲ ਚੱਲ ਰਹੀ। ਤੂੰ ਇਹ ਮੰਨ ਰਿਹਾ ਕਿ ਕੂੜ ਹੈ, ਤਾਂ ਇੰਜ ਭਾਵ ਵਿੱਚ ਸਵਾਲ ਪੇਸ਼ ਕਰ, ਤੈਨੂੰ ਉੱਤਰ ਮਿਲੇਗਾ।